ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਲੈ ਕੇ। ਮੈਂ ਕਵਿਤਾ ਸਿੰਘ ਅੱਜ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ, ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ICCRC ਮੈਂਬਰ ਨੇ ਜੀ, ਕੈਨੇਡਾ ਦੇ ਵਿੱਚ ਸੀਗੇ ਤੇ ਹੁਣ ਇੱਕ ਵਾਰ ਫਿਰ ਤੋਂ ਜੀ ਸਾਡੇ ਵਿਦਿਆਰਥੀਆਂ ਦੇ ਵਾਸਤੇ, ਸਾਡੇ ਦਰਸ਼ਕਾਂ ਦੇ ਵਾਸਤੇ ਇੰਡੀਆ ਵਾਪਸ ਪਹੁੰਚੇ ਨੇ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸਿਸ ਹੈਗੇ ਨੇ ਤੇ ਬਹੁਤ ਜਲਦੀ ਜੀ ਜਿੰਨਾ ਵੀ ਸਾਡੇ ਸਟੂਡੈਂਟਸ ਨੇ ਹੁਣ ਕੈਨੇਡਾ ਆਪਣਾ ਜਿਹੜਾ ਡ੍ਰੀਮ ਹੈਗਾ ਪੂਰਾ ਕਰਨਾ ਹੈਗਾ, ਐਡਮਿਸ਼ਨਸ ਲੈਣੀਆਂ ਨੇ, ਨਾਲ ਦੇ ਨਾਲ ਜੀ ਹੁਣ ਇਨਟੇਕ ਸਾਡੇ ਸਟੂਡੈਂਟਸ ਦੇ ਵਾਸਤੇ ਕਿਹੜਾ ਰਹੇਗਾ ਉਹਦੇ ਬਾਰੇ ਡਿਸਕਸ ਕੀਤਾ ਜਾਏਗਾ। ICCRC ਮੈਂਬਰ ਡਾਕਟਰ ਰਵੀ ਗਰਗ ਪਾਇਨੀਅਰ ਇਮੀਗ੍ਰੇਸ਼ਨ ਤੋਂ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ। ਸਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕਵਿਤਾ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਪਾਇਨੀਅਰ ਇਮੀਗ੍ਰੇਸ਼ਨ ਜਾਣੇ ਜਾਂਦੇ ਨੇ ਜੀ ਆਪਣੀਆਂ ਸਬਸਿਸ ਦੇ ਕਾਰਨ। ਸੋ ਬੜੀ ਓਨੈਸਟੀ ਦੇ ਨਾਲ, ਟਰਾਂਸਪੇਰੈਂਸੀ ਦੇ ਨਾਲ, ਇੱਕ ਜੈਨੂਇਨਟੀ ਦੇ ਨਾਲ ਹਮੇਸ਼ਾ ਡੀਲ ਕੀਤਾ ਗਿਆ ਪਾਇਨੀਅਰ ਇਮੀਗ੍ਰੇਸ਼ਨ ਦੇ ਵਿੱਚ। ਤੇ 2003 ਤੋਂ ਆਫਿਸ ਦੀ ਸ਼ੁਰੂਆਤ ਕੀਤੀ ਸੀ ਤੇ ਫਿਲਹਾਲ ਅੱਜ ਜਿਹੜਾ ਹੈਗਾ ਟਾਈਮ ਕਿ 13 ਆਫਿਸਿਸ 12 ਆਫਿਸਿਸ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੈਗੇ ਨੇ ਪਾਇਨੀਅਰ ਇਮੀਗ੍ਰੇਸ਼ਨ ਦੇ, ਜਿੱਥੇ ਕਿ ਸਾਡੇ ਵਿਦਿਆਰਥੀ, ਸਾਡੇ ਦਰਸ਼ਕ ਅੱਜ ਵੀ ਆਪਣੀਆਂ ਜਿਹੜੀਆਂ ਸਬਸਿਸ ਹੈਗੀਆਂ ਨੇ ਜੀ ਸਟੱਡੀ ਵੀਜ਼ਾ ਦੇ ਨਾਲ ਸੰਬੰਧਿਤ ਉਹ ਜ਼ਰੂਰ ਲੈ ਸਕਦੇ ਨੇ। ਫਿਲਹਾਲ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਨੰਬਰਾਂ ਦੇ ਉੱਤੇ ਕਾਲ ਵੀ ਕਰ ਸਕਦੇ ਹੋ, ਆਪਣਾ ਸਵਾਲ ਡਿਸਕਸ ਕਰ ਸਕਦੇ ਹੋ। ਤੇ ਖਾਸ ਗੱਲ ਰਹੇਗੀ ਜੀ ਜਦੋਂ ਵੀ ਤੁਸੀਂ ਸੈਮੀਨਾਰਸ ਦੇ ਵਿੱਚ ਜਾਂ ਸਰ ਨੂੰ ਮਿਲਣ ਜਾਣਾ ਤਾਂ ਅਪੁਆਇੰਟਮੈਂਟ ਜ਼ਰੂਰ ਲਿਆ ਕਰੋ ਜੀ, ਕਿਉਂਕਿ ਟਾਈਮ ਬਹੁਤ ਪ੍ਰੀਸ਼ੀਅਸ ਹੈਗਾ, ਚਾਹੇ ਸਾਡੇ ਸਟੂਡੈਂਟਸ ਦਾ, ਚਾਹੇ ਸਾਡੇ ਕੰਸਲਟੈਂਟ ਦਾ, ਤੇ ਨਾਲ ਹੀ ਕਮਿੰਗ ਇਨਟੇਕ ਦਾ ਹੈਗਾ ਜੋ ਕਿ ਹੁਣ ਲੰਘਦਾ ਜਾ ਰਿਹਾ, ਉਹਦੇ ਬਾਰੇ ਡਿਸਕਸ ਕਰਾਂਗੇ। ਬਟ ਇੱਕ ਵਾਰ ਮੈਂ ICCRC ਮੈਂਬਰ ਦੀ ਗੱਲ ਕਰਾਂਗੀ, ਰਾਈਟ, ਕਿਉਂਕਿ ਤੁਸੀਂ ICCRC ਮੈਂਬਰ ਹੋ। ਇੱਕ ICCRC ਮੈਂਬਰ ਤੇ ਇੱਕ ਜਿਹੜਾ ਜਨਰਲ ਕੋਈ ਵੀ ਕੰਸਲਟੈਂਟ ਹੈ, ਰਾਈਟ, ਫਰਕ ਕਿੰਨਾ ਕੁ ਰਹੇਗਾ ਤੇ ICCRC ਮੈਂਬਰ ਬਣਦੇ ਕਿੱਦਾਂ ਨੇ? देखो कविता जी, ICCRC मतलब इमिग्रेशन कंसल्टेंट्स ऑफ कैनेडा रेगुलेटरी काउंसिल, कैनेडियन गवर्नमेंट की डेजिग्नेटेड बॉडी, और इस दे मैंबर ही सिर्फ लीगली ऑथोराइज ने कैनेडा गवर्नमेंट कैनेडा एम्बेसी वालों। ICCRC की वैबसाइट हैगी, उस दे उपर नाम हैगा साडे ICCRC मैंबर्स दा, और कैनेडा एम्बेसी जिसने वीज़ा देना उसकी वैबसाइट cic.gc.ca, उत्थे जिहड़ा है सर्च बॉक्स से लिखना ऑथोराइज्ड रिप्रजेंटेटिव, ਉਹਨਾਂ ਦੀ ਜਿਹੜੀ ਹੈ ਸਾਰੀ ਡਿਟੇਲ ਆਏਗੀ। ICCRC ਦੀ ਜਿਹੜੀ ਵੈਬਸਾਈਟ 'ਤੇ ਲੈ ਕੇ ਜਾਏਗੀ, ਅਗੇਨ ਲਿਸਟ ਤੁਸੀਂ ਦੇਖ ਸਕਦੇ ਹੈਗੇ ਹੋ। ਔਰ ਗੂਗਲ ਦੇ ਉੱਪਰ ਲਿਖਣਾ ਹੈ IMM 5476 IMM 5476, ਜਿਹੜਾ ਕਿ ਰਿਪਰੈਜ਼ੈਂਟੇਟਿਵ ਆਥੋਰਾਈਜੇਸ਼ਨ ਆਫ ਰਿਪਰੈਜ਼ੈਂਟੇਟਿਵ ਫਾਰਮ, ਜਿਹੜਾ ਕਿ ਅਸੀਂ ਫਾਈਲ ਦੇ ਵਿੱਚ ਲਾਉਂਦੇ ਹੈਗੇ ਆ। ਤੁਹਾਡੇ ਦੁਆਰਾ ਮੈਨੂੰ ਰਿਪਰੈਜ਼ੈਂਟੇਟਿਵ ਬਣਾਉਣ ਦੇ ਲਈ ਉਹ ਫਾਰਮ ਇਸਤੇਮਾਲ ਕਰਦੇ ਆ, ਫਾਈਲ ਦੇ ਵਿੱਚ ਲੱਗਦਾ। ਉਸ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਰਿਪਰੈਜ਼ੈਂਟੇਟਿਵ ਦਾ ICCRC ਮੈਂਬਰਸ਼ਿਪ ਨੰਬਰ ਕਿੰਨਾ ਹੈਗਾ। ਓਕੇ, ਸੋ ਇਹ ਸਾਰੀਆਂ ਜਿਹੜੀਆਂ ਡਿਟੇਲਸ ਉਸ ਨੂੰ ਬਣਨ ਵਾਸਤੇ ਇਮੀਗ੍ਰੇਸ਼ਨ ਲਾ ਪਾਸ ਕਰਨਾ ਹੈਗਾ ਕਿਸੇ ਕਾਲਜ ਯੂਨੀਵਰਸਿਟੀ, ਕੈਨੇਡੀਅਨ ਕਾਲਜ ਯੂਨੀਵਰਸਿਟੀਜ਼ ਤੋਂ। ਔਰ ਆਈਲੈਟਸ ਦੇ 7 ਹੀ ਹੁੰਦੇ ਸੀ ਜਦੋਂ ਮੈਂ ਕੀਤਾ ਸੀ, ਆਈਲੈਟਸ ਅਕੈਡਮਿਕ ਦੇ ਹੁਣ ਹੋਰ ਵੀ ਜ਼ਿਆਦਾ 8777 ਮੇਰੇ ਖਿਆਲ ਕਰ ਦਿੱਤੇ ਨੇ ਜਿਹੜੇ ਆਈਲੈਟਸ ਦੇ ਬੈਂਡਸ ਨੇ ICCRC ਮੈਂਬਰ ਬਣਨ ਵਾਸਤੇ। ਦੈਨ ਉਸ ਤੋਂ ਬਾਅਦ ਲਾਇਸੈਂਸਿੰਗ ਐਗਜ਼ਾਮ ਜਿਹੜਾ ਹੈ ਇਮੀਗ੍ਰੇਸ਼ਨ ਐਡਵੋਕੇਸੀ ਦਾ, ਜਿਹੜਾ ਮੈਂਬਰਸ਼ਿਪ ਐਗਜ਼ਾਮ ਮੈਂਬਰ ਬਣਨ ਵਾਸਤੇ ਕਲੀਅਰ ਕਰਕੇ, ਮਤਲਬ ਇਹ ਕਿ ਦੇ ਵਾਂਟ ਟੂ ਮੇਕ ਸ਼ੋਰ ਕਿ ਇਹ ਇੱਕ ਹਾਈਲੀ ਕੁਆਲੀਫਾਈਡ ਔਰ ਐਜੂਕੇਟਡ, ਸਪੈਸ਼ਲੀ ਹਾਈ ਇੰਗਲਿਸ਼ ਵਾਲਾ ਬੰਦਾ ਹੈਗਾ, ਪਰਸਨ ਹੈਗਾ। ਔਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਲਾ ਪਾਸ ਕੀਤਾ ਹੈ ਤੇ IRPA ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, IRPR ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ ਦੀ ਜਿਸ ਦੇ ਸਾਰਾ ਇਹ ਜਿਹੜੇ ਰੂਲਸ ਰੈਗੂਲੇਸ਼ਨ, ਸਟੱਡੀ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਂ ਵਰਕ ਪਰਮਿਟ ਜਿਹੜਾ LMIA ਬੇਸਡ ਹੈਗਾ, ਜਾਂ ਹੋਰ ਜਿੰਨੇ ਵੀ ਸਪਾਊਸ ਵੀਜ਼ਾ ਹੈਗਾ, ਹੋਰ ਜਿੰਨੇ ਵੀ ਪ੍ਰੋਗਰਾਮ ਹੈਗੇ ਨੇ, ਬਹੁਤ ਸਾਰੇ ਪ੍ਰੋਗਰਾਮਸ ਹੈਗੇ ਨੇ, ਉਹ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਸਪਾਊਸ ਵੀਜ਼ਾ ਔਰ ਸਿਟੀਜ਼ਨਸ਼ਿਪ ਦੇ ਸਾਰੇ ਜਿਹੜੇ ਰੂਲਸ ਨੇ, ਇਹ ਸਾਰਾ ਜਿਹੜਾ ਕੁਛ ਉਹਨਾਂ ਦੇ ਉੱਪਰ ਜਿਹੜਾ ਇਹ IRPA IRPR ਦੇ ਉੱਪਰ ਆਧਾਰਿਤ ਉਹਨਾਂ ਦੀ ਸਾਰੀ ਨੌਲੇਜ, ਪੜ੍ਹਾਈ ਔਰ ਟੈਸਟ। ਸੋ ਇਹ ਸਾਰੇ ਜਿਹੜਾ, ਔਰ ਫਿਰ ICCRC ਔਰ ਕੈਨੇਡਾ ਐਮਬੈਸੀ, ਇਹ ਸਾਰੇ ਸਾਨੂੰ ਲੇਟੈਸਟ ਅਪਡੇਟਸ ਤੋਂ ਇਮੀਡੀਏਟ ਅਪਡੇਟਸ ਤੋਂ ਜਾਣੂ ਰੱਖਦੇ ਨੇ। ਔਰ ਹਰ ਸਾਲ ਜਿਹੜਾ ਹੈ ਉਹ ਜਿਹੜੇ ਵੀਡੀਓਜ਼ ਦੇ ਰਾਹੀਂ ਔਰ ਮੀਟਿੰਗ ਦੇ ਰਾਹੀਂ ਸਾਨੂੰ ਜਿਹੜੀ ਹੈ ਸਾਰੇ ਲੇਟੈਸਟ ਅਪਡੇਟ। ਸੋ ਇਹ ਇਸ ਦੇ ਚਲਦਿਆਂ ਨੈਚੁਰਲੀ ਵੀ ਕੈਨ ਅੰਡਰਸਟੈਂਡ ਕਿ ਪ੍ਰੋਫੈਸ਼ਨਲਿਜ਼ਮ ਔਰ ਖਾਸ ਤੌਰ 'ਤੇ ਐਥਿਕਸ ਦਾ ਸਬਜੈਕਟ ਚੰਗੀ ਤਰ੍ਹਾਂ ਪੜ੍ਹਾਇਆ ਜਾਂਦਾ ਹੈ। ਇੱਕ ਕਿਸਮ ਦਾ ਕੁੱਟ ਕੇ ਕਿ ਐਥਿਕਸ ਕੀ ਬਣਦੇ ਨੇ, ਐਥਿਕਸ ਕਿਹਨੂੰ ਕਹਿੰਦੇ ਨੇ, ਕੀ ਗਲਤ ਹੈ ਕੀ ਸਹੀ ਹੈ। ਕਈ ਵਾਰੀ
ਵੈਸੇ ਤਾਂ ਹੁਣ ਇੱਥੇ ਦੀ ਗੱਲ ਕਰੀਏ ਤਾਂ ਅਨਫੋਰਚੂਨੇਟਲੀ ਇੱਕ ਜਿਹਨੂੰ ਕਹਿੰਦੇ ਅੰਨਿਆਂ ਨੂੰ ਵੀ ਪਤਾ ਵੀ ਇਹ ਠੱਗੀ ਵਾਲਾ ਕੰਮ ਹੈ ਕਿ ਇਹ ਗਲਤ ਕੰਮ ਕੀਤਾ ਜਾ ਰਿਹਾ ਹੈਗਾ, ਇਹ ਆਮ ਹੀ ਚੱਲਦਾ ਹੈਗਾ। ਲੇਕਿਨ ਕਈ ਵਾਰੀ ਵੈਸੇ ਵੀ ਡਿਲੇਮਾ ਹੁੰਦਾ ਵੀ ਯਾਰ ਸਹੀ ਹੈ ਜਾਂ ਗਲਤ ਹੈ। ਸੋ ਇੰਨੀ ਜ਼ਿਆਦਾ ਡਿਟੇਲ ਔਰ ਐਥਿਕਸ ਨੂੰ ਬਿਲਕੁਲ ਅੱਛੀ ਤਰ੍ਹਾਂ ਅਪਣਾਉਣ ਦੀ ਸਟ੍ਰਿਕਟ ਹਦਾਇਤ। ਸੋ ਇਹ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਨੈਚੁਰਲੀ ਕਿ ਇੱਕ ਪ੍ਰੋਫੈਸ਼ਨਲ ਬੰਦੇ ਨੂੰ ਕੰਮ ਕਰਾਈਏ। ਲੇਕਿਨ ਕਵਿਤਾ ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਇਸ ਚੀਜ਼ ਦਾ ਨੈਚੁਰਲੀ ਹਰ ਫੀਲਡ ਦੇ ਵਿੱਚ ਵਿਫੂਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਮੁਲਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਕੰਪਨੀਆਂ ਕਹਿ ਦਿੰਦੀਆਂ ਕਿ ਅਸੀਂ ICCRC ਮੈਂਬਰ ਹੈਗੇ, ਵਿਚਾਰੇ ਭੋਲੇ ਭਾਲੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਇਹ ਹੈਗੇ ਕਿ ਨਹੀਂ। ਸੋ ਇਹ ਜਿਸ ਤਰ੍ਹਾਂ ਮੈਂ ਦੱਸਿਆ ਵੈਬਸਾਈਟਸ 'ਤੇ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ। ਔਰ ਦੂਸਰਾ ਕਈ ਕੰਪਨੀਆਂ ਕਹਿੰਦੀਆਂ ਕਿ ਜੀ ICCRC ਮੈਂਬਰ ਸਾਡੇ ਪੈਨਲ ਤੇ ਹੈਗੇ ਨੇ, ਬਿਲਕੁਲ ਉਹ ਜਿਹੜੇ ਨੇ ਕੈਨੇਡਾ ਬੈਠੇ ਨੇ ICCRC ਮੈਂਬਰ, ਔਰ ਸਟੂਡੈਂਟਸ ਨਾਲ ਕੋਈ ਮੁਲਾਕਾਤ ਨਹੀਂ, ਉਹਨਾਂ ਦੀ ਆਪਣੀ ਕੰਪਨੀ ਨਹੀਂ ਹੈਗੀ, ਸਿਰਫ ਕੁਝ ਪੈਸੇ ਦਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਇੱਕ ਕਿਸਮ ਦੀ ਸਟੈਂਪ ਖਰੀਦਣ ਵਾਲੀ ਗੱਲ ਔਰ ਸਟਿੱਕਰ ਵਾਲੀ ਗੱਲ, ਔਰ ਨਾ ਉਹਨਾਂ ਨੂੰ ਤੁਹਾਡੇ ਕਾਲਜ ਦਾ ਪਤਾ, ਕੋਰਸ ਦਾ ਪਤਾ, ਉਹਨਾਂ ਨੇ ਤੁਹਾਡੀ ਫਾਈਲ ਤੇ ਕੰਮ ਨਹੀਂ ਕੀਤਾ, ਰਿਫਿਊਜ਼ਲ ਹੋ ਗਈ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਤੇ ਇੱਥੇ ਕੰਪਨੀ ਦੇ ਹੈੱਡ ਜਿਹੜੇ ਨੇ ਉਹ ਜਿਹੜੇ ਉਹੀ ਉਹਨਾਂ ਦੇ ਪਰ ਆ ਸਾਰੇ ਐਜੂਕੇਸ਼ਨ ਵਾਲੇ ਜਿਹੜੇ ICCRC ਮੈਂਬਰ ਬਣਨ ਦੇ ਰੂਲਸ ਸੀਗੇ, ਸਾਰੇ ਰਿਕੁਆਇਰਮੈਂਟ ਸੀਗੀਆਂ, ਉਹ ਕੋਈ ਵੀ ਲਾਗੂ ਨਹੀਂ ਹੁੰਦੀਆਂ। ਔਰ ਕੋਈ ਵੀ ਬਗੈਰ ਪੜ੍ਹਾਈ ਲਿਖਾਈ ਦੇ ਉਹ ਵੀ ਹੱਟੀ ਚਲਾਉਣ ਵਾਲਾ ਕੰਮ। ਔਰ ਕਈ ਇਹ ਕਹਿ ਦਿੰਦੇ ਕਿ ਅਸੀਂ ICCRC ਮੈਂਬਰ ਦੇ ਏਜੰਟ ਹੈਗੇ ਆ। ਸੋ ਅਗੇਨ ਕਿ ਨਾ ਪੜ੍ਹਾਈ ਨਾ ਕੁਛ ਹੋਰ, ਤੇ ਉਹ ਕਿਸੇ ICCRC ਮੈਂਬਰ ਦੇ ਵਿੱਚ ਇੱਕ ਪ੍ਰੋਵੀਜ਼ਨ ਹੈਗੀ ਹੈ ਏਜੰਟ ਬਣਾ ਸਕਦੇ ਨੇ। ਸੋ ਏਜੰਟ ਬਣਾ ਦਿੱਤਾ ਗਿਆ ਔਰ ਕੁਛ ਵੀ ਨੌਲੇਜ ਨਹੀਂ ਔਰ ਕੋਈ ਐਕਸਪੀਰੀਅੰਸ ਨਹੀਂ ਔਰ ਕੋਈ ਧਿਆਨ ਨਹੀਂ ਔਰ ਕੋਈ ਐਥਿਕਸ ਨਹੀਂ, ਕੋਈ ਓਨੈਸਟੀ ਨਹੀਂ। ਔਰ ਆਪਣੀ ਜਿਹੜੀ ਕੰਪਨੀ ਹੈ ਉਹ ICCRC ਮੈਂਬਰ ਔਰ 100% ਓਨੈਸਟੀ, ਟਰਾਂਸਪੇਰੈਂਸੀ, ਐਥਿਕਸ ਦਾ ਰੱਬ ਨੂੰ ਹਾਜ਼ਰ ਨਜ਼ਰ ਮੰਨ ਕੇ ਵਾਅਦਾ ਜੀ। ਸੋ ਫਿਲਹਾਲ ਗੱਲ ਕਰ ਲੈਂਦੇ ਜੀ ਹੁਣ ਸਾਡੇ ਸਟੂਡੈਂਟਸ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹਨਾਂ ਦੇ ਵਾਸਤੇ ਓਪਰਚੁਨਿਟੀਜ਼ ਕਿੱਦਾਂ ਦੀਆਂ ਰਹਿਣਗੀਆਂ ਕੈਨੇਡਾ ਦੇ ਵਿੱਚ? ਬਿਲਕੁਲ ਕਵਿਤਾ ਜੀ, ਬੜਾ ਅੱਛਾ ਸਕਸੈਸ ਰੇਟ ਚੱਲ ਰਿਹਾ ਹੈ, ਵੀਜ਼ਾ ਬਹੁਤ ਜ਼ਿਆਦਾ ਆ ਰਹੇ ਨੇ ਔਰ ਕਾਲਜਿਸ ਵੀ ਕੁਝ ਐਡ ਹੋਏ ਨੇ। ਬੜੀ ਅੱਛੀ ਗੱਲ ਹੈਗੀ ਹੈ ਕਿ ਜਾਰਜੀਅਨ ਕਾਲਜ ਨੇ ਆਪਣਾ ਕੈਂਪਸ ਟੋਰਾਂਟੋ ਦੇ ਵਿੱਚ ਖੋਲ੍ਹ ਦਿੱਤਾ ਹੈਗਾ ਔਰ ਨਿਆਗਰਾ ਕਾਲਜ ਨੇ ਖੋਲ੍ਹ ਦਿੱਤਾ ਹੈਗਾ ਔਰ ਲਾਇਲਿਸਟ ਕਾਲਜ ਨੇ ਖੋਲ੍ਹ ਦਿੱਤਾ ਹੈਗਾ ਟੋਰਾਂਟੋ ਦੇ ਵਿੱਚ। ਔਰ ਈਵਨ ਕਿ ਸਟਰਲਿੰਗ ਕਾਲਜ ਨੇ ਦੇ ਨਾਲ ਰੈੱਡ ਡੀਅਰ ਕਾਲਜ ਹੁੰਦਾ ਸੀ, ਥੋੜ੍ਹਾ ਸਾਈਡ 'ਤੇ ਪੈਂਦਾ ਸੀ। ਐਡਮਿਸ਼ਨਾਂ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਇਹ ਨਿਆਗਰਾ ਕਾਲਜ ਵੈਲੈਂਡ ਦੇ ਵਿੱਚ ਹੈਗਾ, ਜਾਰਜੀਅਨ ਕਾਲਜ ਬੈਰੀ ਸਿਟੀ ਦੇ ਵਿੱਚ ਹੈਗਾ। ਥੋੜ੍ਹਾ ਜਿਹਾ ਮੇਨ ਸਿਟੀਜ਼ ਤੋਂ ਦੂਰ ਹੁੰਦੇ ਸੀਗੇ ਤੇ ਘੱਟ ਲੋਕ ਇੰਟਰਸਟਡ ਹੁੰਦੇ ਸੀ। ਇਹਨਾਂ ਨੇ ਜਿਹੜੇ ਕੈਂਪਸ ਕਿਸੇ ਕਾਲਜਿਸ ਦੇ ਨਾਲ ਮਿਲ ਕੇ ਉੱਥੇ ਵੀ ਇਹ ਆਪਣੇ ਕੈਂਪਸ ਖੋਲ੍ਹ ਦਿੱਤੇ ਨੇ। ਸੋ ਰੈੱਡ ਡੀਅਰ ਕਾਲਜ ਨੇ ਸਟਰਲਿੰਗ ਕਾਲਜ ਦੇ ਨਾਲ ਮਿਲ ਕੇ ਵੈਂਕੂਵਰ ਦੇ ਵਿੱਚ। ਸੋ ਇਹ ਜਿਹੜੇ ਐਡ ਹੋ ਗਏ ਨੇ ਕਾਲਜਿਸ, ਇਹਨਾਂ ਦੇ ਨਾਲ ਸੀਟਾਂ ਬਹੁਤ ਵੱਧ ਗਈਆਂ ਨੇ ਔਰ ਆਫਰ ਲੈਟਰਸ, ਐਡਮਿਸ਼ਨਸ ਥੋੜ੍ਹੀ ਜਿਹੀਆਂ ਸੌਖੀਆਂ ਹੋ ਗਈਆਂ। ਔਰ ਅੰਬੈਸੀ ਨੇ ਵੀ ਇਸੇ ਕਰਕੇ ਕੀਤਾ ਕਿ ਸਟੂਡੈਂਟਸ ਲੈ ਕੇ ਆਉਣੇ ਨੇ, ਬਹੁਤ ਸਾਰੇ ਜ਼ਿਆਦਾ ਸਟੂਡੈਂਟਸ ਨੂੰ ਵੀਜ਼ਾ ਦਿੱਤਾ ਜਾ ਰਿਹਾ ਹੈਗਾ ਔਰ ਐਡਮਿਸ਼ਨਸ ਹੋ ਰਹੀਆਂ ਹੈਗੀਆਂ ਨੇ ਮਈ ਦੇ ਵਿੱਚ, ਕਿਉਂਕਿ ਟਾਈਮ ਘੱਟ ਹੈਗਾ। ਸੋ ਕੁਝ ਕਾਲਜਿਸ ਜਿਹੜੇ ਛੇਤੀ ਆਫਰ ਲੈਟਰ ਦੇ ਦੇਣਗੇ 2-3-4 ਦਿਨ ਦੇ ਵਿੱਚ, ਉਹਨਾਂ ਦੇ ਵਿੱਚ ਹਾਲੇ ਵੀ ਚਾਂਸਿਸ। ਔਰ ਸਤੰਬਰ ਦੇ ਵਿੱਚ ਵੀ ਬਹੁਤ ਸਾਰੇ ਕਾਲਜਿਸ ਜਿਹੜੇ 60-70% ਦੇ ਕਰੀਬ ਫੁੱਲ ਹੋ ਚੁੱਕੇ ਨੇ। ਲੇਕਿਨ ਡਿਪੈਂਡ ਕਰੇਗਾ ਕਿ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਹੈ, ਕਿੱਥੇ ਜਾਣਾ ਚਾਹੁੰਦੇ ਹੈਗੇ ਹੋ। ਸੋ ਉਸ ਦੇ ਮੁਤਾਬਕ ਹੀ ਆਪਾਂ ਕਿੱਥੇ ਕਿਹੜੇ ਕਾਲਜਿਸ ਤੁਹਾਡੇ ਰੈਲੇਵੈਂਟ ਪ੍ਰੋਗਰਾਮਸ, ਕੋਰਸਿਸ, ਉਹਨਾਂ ਦੀ ਫੀਸ, ਉਹ ਸਾਰੀ ਡਿਟੇਲਸ ਆਫਿਸ ਦੇ ਵਿੱਚ ਜਿਹੜਾ ਡਿਸਕਸ ਕਰਨੀਆਂ ਪੈਣਗੀਆਂ। ਇੱਥੇ ਬੈਠ ਕੇ ਟਾਈਮ ਬੜਾ ਘੱਟ ਹੋਏਗਾ ਤੇ ਜ਼ਿਆਦਾ ਡਿਸਕਸ ਨਹੀਂ ਕਰ ਪਾਵਾਂਗੇ। ਲੇਕਿਨ 70613 ਸਾਡਾ ਨੰਬਰ ਕੈਨੇਡਾ ਆਫਿਸ ਦੇ ਵਿੱਚ ਜਿਹੜੇ ਕੋਈ ਕੰਮ ਹੈਗੇ ਨੇ ਉੱਥੇ ਵੀ 6479612313 ਦੇ ਜਿਹੜਾ ਸਾਡੀ ਫੇਸਬੁੱਕ ਪੇਜ, ਇੰਸਟਾਗ੍ਰਾਮ ਪੇਜ, YouTube ਚੈਨਲ ਔਰ ਵੈਬਸਾਈਟ pioneerimmigration.com ਸਾਰੀ ਇਨਫੋਰਮੇਸ਼ਨ, ਸਾਰੇ ਆਫਿਸਿਸ ਦੇ ਐਡਰੈਸਿਸ, ਕੰਟੈਕਟ ਨੰਬਰਸ, डिटेल्स। और ख़ास तौर पर मेरी रिक्वेस्ट फेसबुक पेज, इंस्टाग्राम पेज वाला तो ये जी जिस तरह TV दे इस तरह की जी गलबात इंटरव्यूज़ होंदियां ने ये अपलोड किए जाते हैं तो वो तुसी अपने फ्रेंड्स वालों अगे भेजने वास्ते लाइक करो, शेयर करो ताकि सारे लोगों को इस तरह की जी रब का बंदा बन के रब को हाज़र नाज़र मन के जी जैनुअन सारिया चंगियां ਲੋਕਾਂ ਨੂੰ ਟਿਪਸ ਕਿ ਕਿੱਦਾਂ ਫਰੋਡ ਤੋਂ ਬਚਿਆ ਜਾਵੇ, ਉਹ ਸਾਰੇ ਜਿਹੜੇ ਹੈ ਤਾਂ ਕਿ ਤੁਹਾਡੇ ਜਿਹੜੇ ਫਰੈਂਡਸ ਨੂੰ ਵੀ ਪਹੁੰਚਣ ਔਰ ਖਾਸ ਤੌਰ ਤੇ ਫਰਾਡ ਤੋਂ ਬਚਿਆ ਜਾ ਸਕੇ। ਜੀ ਬਚਣਾ। ਸੋ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਨੇ ਜੀ ICCRC ਮੈਂਬਰ ਸਾਡੇ ਆਸਤੇ ਸਟੱਡੀ ਵੀਜ਼ਾ ਐਕਸਪਰਟ। ਸੋ ਰਵੀ ਸਰ, ਆਈ ਥਿੰਕ
ਕਿਊਬਿਕ ਦੇ ਬਾਰੇ ਮੇਰੇ ਖਿਆਲ 'ਚ ਤੁਸੀਂ ਜ਼ਿਆਦਾ ਬੈਟਰ ਵੇ ਦੇ ਨਾਲ ਐਕਸਪਲੇਨ ਕਰ ਸਕਦੇ ਹੋ, ਇੱਕ ਚੰਗੀ ਇਨਫੋਰਮੇਸ਼ਨ ਦੇ ਸਕਦੇ ਹੋ ਸਾਡੇ ਸਟੂਡੈਂਟਸ ਨੂੰ। ਕੀ ਬਿਲਕੁਲ। ਲੱਗਦਾ ਹੈ ਕਿ ਹੁਣ ਕਿਊਬਿਕ ਪ੍ਰੋਵਿੰਸ ਨੂੰ ਕਿੱਦਾਂ ਲੈਣਾ ਚਾਹੀਦਾ ਸਟੂਡੈਂਟਸ ਨੂੰ, ਜਾਂ ਫਿਰ ਐਜ਼ ਜਿੱਦਾਂ ਅਸੀਂ ਅਪਲਾਈ ਕਰਨਾ ਹੈਗਾ ਕਾਲਜਸ ਜਾਂ ਯੂਨੀਵਰਸਿਟੀਜ਼ ਦੀ ਕੀ ਆਪਸ਼ਨ ਲੱਗਦੀ ਹੈ? ਦੇਖੋ ਕਵਿਤਾ ਜੀ, ਪਿਛਲੇ ਦਿਨੀ ਸ਼ਾਇਦ ਸਾਰਿਆਂ ਨੂੰ ਪਤਾ ਹੋਏਗਾ ਕਿ ਹਾਂਜੀ। ਕਿਊਬਿਕ ਦੇ ਵਿੱਚ ਬੜਾ ਥੋੜੀ ਜਿਹੀ ਤਕਲੀਫ ਆਈ ਔਰ ਕੁਝ ਕਾਲਜਿਸ ਨੂੰ ਕੁਝ ਟਾਈਮ ਵਾਸਤੇ ਉਹਨਾਂ ਦੇ ਵਾਸਤੇ ਜਿਹੜਾ ਐਡਮਿਸ਼ਨ ਤੋਂ ਬਾਅਦ CAQ ਹੁੰਦਾ, ਅਪਰੂਵਲ ਹੁੰਦੀ ਹੈ ਕੈਨੇਡੀਅਨ ਜਿਹੜੀ ਹੈ ਕਿਊਬੈਕ ਐਮਬੈਸੀ ਵੱਲੋਂ, ਕਿਊਬੈਕ ਇਮੀਗ੍ਰੇਸ਼ਨ ਅਥਾਰਟੀਜ਼ ਡਿਪਾਰਟਮੈਂਟ ਵੱਲੋਂ CAQ ਜਿਹੜਾ ਹੈਗਾ ਉਹ ਹੋਲਡ ਤੇ ਪਾ ਦਿੱਤਾ ਗਿਆ। ਔਰ ਬਾਅਦ ਦੇ ਵਿੱਚ ਉਹਨਾਂ ਕਾਲਜਿਸ ਨੇ ਉਸ ਨੂੰ ਜਿਹੜਾ ਅਪੀਲ ਕੀਤੀ ਔਰ ਉਹ ਬਹਾਲ ਕਰ ਦਿੱਤਾ ਗਿਆ। ਲੇਕਿਨ ਫਿਰ ਵੀ ਮੈਂ ਇਹ ਸਮਝਦਾ ਕਿ ਹਾਲੇ ਉਹਨਾਂ ਦੇ ਐਕਚੁਅਲੀ ਜਿਹੜੇ ਰੂਲਸ ਰੈਗੂਲੇਸ਼ਨਸ ਪੂਰੀ ਤਰ੍ਹਾਂ ਫਾਈਨਲਾਈਜ਼ ਨਹੀਂ ਹੋਏ ਔਰ ਹਾਲੇ ਕਨਫਿਊਜ਼ਨ ਦੀ ਸਟੇਟ ਚੱਲਦੀ ਪਈ ਹੈਗੀ ਹੈ। ਤੇ ਹਾਲਾਂਕਿ ਚੱਲਦਾ ਤਾਂ ਸਾਰਾ ਕੁਝ ਪਿਆ ਹੈਗਾ, ਕਾਲਜਿਸ ਵਿੱਚ ਐਡਮਿਸ਼ਨ, CAQ, ਈਵਨ ਵੀਜ਼ਾਸ ਆ ਰਹੇ ਨੇ, ਸਾਰਾ ਕੁਝ ਠੀਕ ਹੈ। ਔਰ ਕਿਊਬੈਕ ਦੇ ਵੀਜ਼ਾਸ ਥੋੜ੍ਹੇ ਜਿਹੇ ਸਲੋ ਨੇ, ਤਾਂ ਸਟੂਡੈਂਟਸ ਬੜੇ ਘਬਰਾਏ ਹੋਏ ਸੀਗੇ ਕਿ ਕਾਲਜ ਸਾਡੇ ਵੀਜ਼ੇ ਨਹੀਂ ਆ ਰਹੇ, ਆ ਜਾਣਗੇ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਹੈਗੀ, ਕੋਈ ਚਿੰਤਾ ਕਰਨ ਦੀ ਗੱਲ ਨਹੀਂ ਹੈਗੀ, ਬੇਫਿਕਰ ਹੋ ਜਾਓ। ਔਰ ਕਿਊਬੈਕ ਦੇ ਕਾਲਜਿਸ ਖਾਸ ਤੌਰ 'ਤੇ ਡੈਫਰਮੈਂਟਸ ਕਿ ਨਹੀਂ ਆਇਆ ਤੁਹਾਡਾ ਵੀਜ਼ਾ ਤੇ ਤੁਸੀਂ ਕਲਾਸਿਸ ਲਾ ਲਓ, ਅਗਲੇ ਇਨਟੇਕ ਦੇ ਵਿੱਚ ਡੈਫਰਮੈਂਟ ਦੇ ਦਾਂਗੇ, ਇਹਨਾਂ ਚੀਜ਼ਾਂ ਵਿੱਚ ਬੜੇ ਕੋਆਪਰੇਟ ਕਰਦੇ ਨੇ, ਕੋਈ ਚਿੰਤਾ ਦੀ ਜ਼ਰੂਰਤ ਨਹੀਂ ਹੈਗੀ। ਲੇਕਿਨ ਫਿਰ ਵੀ ਮੈਂ ਇਹ ਸਮਝਦਾ ਹੈਗਾ ਕਿ ਕਿਉਂਕਿ ਪਿੱਛੇ ਜਿਹੜਾ ਕੁਝ ਹੋਇਆ ਉਸ ਨੂੰ ਲੈ ਕੇ ਅਗਰ ਤੁਹਾਡੇ ਕਿਤੇ ਹੋਰ ਆਪਸ਼ਨਸ ਬਣਦੀਆਂ ਨੇ ਤੇ ਉਹ ਤੁਸੀਂ ਹਾਲੇ ਅਵੋਇਡ ਕਰ ਲੈਣਾ ਚਾਹੀਦਾ ਹੈਗਾ ਔਰ ਬਾਕੀ ਕਾਲਜਿਸ ਦੇ ਵਿੱਚ ਐਡਮਿਸ਼ਨ ਲੈ ਲਓ। ਔਰ ਕੋਈ ਕੁਝ ਕਾਰਨਾਂ ਕਰਕੇ ਕਿਊਬੈਕ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਰਹੀ ਹੈਗੀ ਹੈ, ਜਿਹੜੀ ਕਿ ਹੁਣ ਵੀ ਹੈਗੀ ਹੈ ਕਿ ਉੱਥੇ ਮੰਨ ਲਓ ਕਿ ਤੁਸੀਂ 2 ਸਾਲ ਦਾ ਕੋਰਸ ਲੈ ਕੇ ਗਏ ਹੋ, 2 ਸਾਲ ਦੇ ਕਰੀਬ ਲੱਗ ਜਾਂਦੇ ਨੇ B2 ਲੈਵਲ ਦੀ ਹਾਈ ਲੈਵਲ ਫ੍ਰੈਂਚ ਅਗਰ ਤੁਸੀਂ ਨਾਲ ਕਰਦੇ ਹੋ, ਜਿਹੜੀ ਕਿ ਉੱਥੇ ਫ੍ਰੀ ਪੜ੍ਹਾਈ ਜਾਂਦੀ ਹੈ, ਫੀਸ ਵੀ ਦੇਣ ਦੀ ਲੋੜ ਨਹੀਂ। ਤੇ ਲੇਕਿਨ ਉਹ ਕਰੇਗਾ ਉਹ ਜਿਹੜਾ ਕਿ ਮੈਂ ਸਮਝਦਾ ਕਿ ਜਿਹੜਾ ਇੰਗਲਿਸ਼ ਦੇ ਵਿੱਚ ਵੀ ਚੰਗਾ ਫਲੂਐਂਟ ਹੋਏਗਾ, ਚੰਗੀ ਇੰਗਲਿਸ਼ ਹੋਏਗੀ, ਉਹੀ ਫ੍ਰੈਂਚ ਚੰਗੀ ਤਰ੍ਹਾਂ ਪੜ੍ਹ ਲਏਗਾ, ਫ੍ਰੀ 'ਚ ਹੋਏਗੀ। ਨਾਲੇ ਜਿਹੜਾ ਹੈ 800 ਦੇ ਕਰੀਬ $840 ਪਰ ਮੰਥ ਦੇ ਉਹ ਕੈਨੇਡੀਅਨ ਜਿਹੜੀ ਕਿਊਬੈਕ ਗੌਰਮੈਂਟ ਦਿੰਦੀ ਹੈਗੀ ਹੈ ਤੁਹਾਡਾ ਐਜ਼ ਸਕਾਲਰਸ਼ਿਪ, ਕਿ ਤੁਹਾਨੂੰ ਜਿਹੜਾ ਹੈਗਾ ਉਹ ਕੰਮ ਕਰਨ ਦੀ ਵੀ ਲੋੜ ਨਹੀਂ, ਕਿ ਜੇ ਫ੍ਰੈਂਚ ਪੜ੍ਹਦੇ ਹੋ ਤੇ ਫਿਰ ਉਹ ਦਿੱਤਾ ਜਾਂਦਾ ਹੈਗਾ ਤੇ ਐਡੀਸ਼ਨਲ ਐਡਵਾਂਟੇਜ ਹੈਗੀ ਆ। ਔਰ 2 ਸਾਲ ਜਿਸ ਤਰ੍ਹਾਂ ਮੈਂ ਦਿੱਤੀ B2 ਲੈਵਲ ਅਗਰ ਕਰ ਲੈਂਦੇ ਹੋ ਤੇ PR ਸੌਖੀ ਹੋ ਜਾਂਦੀ। ਸੋ ਉਹ ਚੀਜ਼ਾਂ ਦਾ ਐਡਵਾਂਟੇਜ ਤਾਂ ਹੈਗਾ, ਲੇਕਿਨ ਇੰਗਲਿਸ਼ ਜਿਹੜਾ ਫ੍ਰੈਂਚ ਇੰਨੀ ਹਾਈ ਲੈਵਲ ਦੀ ਉਹੀ ਕਰੇਗਾ ਜਿਹੜਾ ਧਿਆਨ ਨਾਲ ਪੜ੍ਹੇਗਾ ਔਰ ਇੰਗਲਿਸ਼ ਚੰਗੀ ਹੋਏਗੀ। ਔਰ PR ਦੀ ਜਿਹੜਾ ਲਾਲਚ ਸੀਗਾ ਉਹ ਤਾਂ ਮੈਂ ਸ਼ਾਇਦ ਗੱਲ ਕੀਤੀ ਰੀਸੈਂਟਲੀ ਕਿ ਕੈਨੇਡੀਅਨ ਗੌਰਮੈਂਟ ਨੇ, ਫੈਡਰਲ ਗੌਰਮੈਂਟ ਨੇ ਹੀ ਜਿਹੜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ 1 ਸਾਲ ਦੇ ਐਕਸਪੀਰੀਅੰਸ ਦੇ ਨਾਲ ਹੀ ਫਟਾਫਟ ਜਿਹੜੀ ਆ ਉਹ ਸਾਰਿਆਂ ਨੂੰ PR ਦੇ ਦਿੱਤੀ। 75 ਜਿਹੜੇ ਪੁਆਇੰਟਸ ਵਾਲਿਆਂ ਨੂੰ ਵੀ ਚੱਕ ਕੇ ਜਿਹਨਾਂ ਨੂੰ 1 ਸਾਲ ਦਾ ਐਕਸਪੀਰੀਅੰਸ ਸੀਗਾ ਉਹ AB ਕੈਟਾਗਰੀ ਦਾ ਸਾਰਿਆਂ ਨੂੰ ਦੇ ਦਿੱਤੀ। ਤੇ ਇੰਟੈਂਸ਼ਨ ਹੈਗੀ ਹੈ ਕਿ PR ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਮੈਂ ਸਮਝਦਾ ਕਿ ਅੱਗੇ ਹੋਰ ਕਿਉਂਕਿ ਉਹਨਾਂ ਦੀ ਜਿਹੜੀ ਹੈ ਲੋੜ ਹੈਗੀ ਹੈ ਬੰਦੇ ਸੈਟਲ ਕਰਨ ਦੀ, ਸਟੂਡੈਂਟਸ ਲਿਆਓ, ਫਿਰ ਉਹਨਾਂ ਨੂੰ ਇਹੀ ਸਟੱਡੀ, ਵਰਕ ਪਰਮਿਟ, ਐਕਸਪੀਰੀਅੰਸ, PR, ਤਾਂ ਕਿ ਉਹ ਸਿਸਟਮ ਦੇ ਵਿੱਚ ਰਚ-ਮਿਚ ਜਾਣ। ਤੇ ਮੈਂ ਸਮਝਦਾ ਕਿ ਹੋਰ PR ਦੇ ਰੂਲਸ ਸੌਖੇ ਹੋਣਗੇ, ਚਾਂਸਿਸ ਹੈਗੇ ਨੇ। ਸੋ ਇਸ ਤਰ੍ਹਾਂ ਦਾ ਕੋਈ PR ਨੂੰ ਲੈ ਕੇ PR ਦੇ ਲਾਲਚ ਦੇ ਵਿੱਚ ਕਿਊਬੈਕ ਜਾਣ ਦੀ ਵੀ ਕੋਈ ਐਸੀ ਲੋੜ ਮਹਿਸੂਸ ਨਹੀਂ ਹੁੰਦੀ। ਪਰ ਹੋਰ ਬੜੀ ਪ੍ਰੋਵਿੰਸਿਸ ਨੇ ਕਿ ਕਿਉਂਕਿ ਕਿਊਬੈਕ ਦੀ ਗੱਲ ਕਰੀਏ ਤੇ ਨਾਲੇ ਮੈਂ ਦੱਸਣਾ ਚਾਹੂੰਗਾ ਕਿ ਉੱਥੇ ਫ੍ਰੈਂਚ ਜਿਹੜੀ ਬਾਕੀ ਸਾਰਾ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਸਟੇਟਾਂ ਨੇ ਉਸ ਦੇ ਵਿੱਚ ਫਸਟ ਲੈਂਗੁਏਜ ਇੰਗਲਿਸ਼ ਹੈਗੀ, ਸੈਕੰਡ ਲੈਂਗੁਏਜ ਜਿਹੜੀ ਫ੍ਰੈਂਚ ਹੈ। ਬਟ ਕਿਊਬੈਕ ਦੇ ਵਿੱਚ ਲੇਕਿਨ ਕਿਊਬੈਕ ਦੇ ਵਿੱਚ ਫਸਟ ਲੈਂਗੁਏਜ ਫ੍ਰੈਂਚ ਹੈਗੀ, ਸੈਕੰਡ ਲੈਂਗੁਏਜ ਇੰਗਲਿਸ਼ ਹੈਗੀ ਹੈ। ਸੋ ਆਪਣੇ ਬੱਚੇ ਤਾਂ ਜਿਹੜੇ ਨੇ ਇੱਥੇ ਦੇ ਇੰਗਲਿਸ਼ ਵੀ ਠੀਕ ਠਾਕ ਸਮਝ ਲੈਣ, ਕਰ ਲੈਣ, ਉਹ ਤਾਂ ਵੀ ਵੱਡੀ ਗੱਲ ਹੈਗੀ ਹੈ, ਕਿ ਚੰਗੀ ਗੱਲ ਹੈਗੀ ਹੈ। ਸੋ ਆਈ ਥਿੰਕ ਕਿ ਤਕਲੀਫ ਤਾਂ ਉਹਨਾਂ ਨੂੰ ਰਹਿਣ ਸਹਿਣ ਦੇ ਵਿੱਚ ਫ੍ਰੈਂਚ ਕਿਊਬੈਕ ਦੇ ਵਿੱਚ ਆਏਗੀ। ਸੋ PR ਨੂੰ ਲੈ ਕੇ ਗੱਲ ਹੈਗੀ ਹੈ ਤੇ ਸਭ ਤੋਂ ਪਹਿਲਾਂ ਸਸਕੈਚੁਆਨ, ਔਰ ਉਸ ਤੋਂ ਬਾਅਦ ਹੋਰ ਪ੍ਰੋਵਿੰਸਿਸ ਮੈਨੀਟੋਬਾ ਹੈਗਾ, ਐਟਲਾਂਟਿਕ ਪ੍ਰੋਵਿੰਸਿਸ ਜਿਹੜੀ ਹੈਗੀ ਹੈ, ਜਿਹੜੀ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਹੈਗੀ ਹੈ, ਔਰ PEI ਜਿਹੜੀ ਪ੍ਰਿੰਸ ਐਡਵਰਡ ਆਈਲੈਂਡ ਹੈਗੀ ਹੈ, ਔਰ ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ। 4 ਪ੍ਰੋਵਿੰਸਿਸ ਜਿਹੜੀਆਂ ਨੇ ਐਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ ਅਗਰ ਪੜ੍ਹਾਈ ਕਰੀਏ ਤੇ ਫਟਾਫਟ PR ਦੇ ਦਿੰਦੇ। ਸੋ ਇਹ ਉੱਥੇ ਵੀ ਚਾਂਸਿਸ ਹੈਗੇ ਨੇ। ਔਰ ਬਾਈ ਦ ਵੇ ਸਸਕੈਚੁਆਨ ਦੀ ਮੈਂ ਹੋਰ ਤੁਹਾਨੂੰ ਦੱਸ ਦੇਵਾਂ ਕਿ ਇੱਕ ਤਾਂ ਉੱਥੇ ਡਿਊਰਿੰਗ ਸਟੱਡੀਜ਼ ਕੀਤਾ ਹੋਇਆ ਐਕਸਪੀਰੀਅੰਸ is counted towards PR, ਉਹਦੇ ਵਿੱਚ PR ਦੇ ਵਿੱਚ ਕਾਊਂਟ ਹੁੰਦਾ ਹੈਗਾ, ਹੋਰ ਕਿਸੇ ਪ੍ਰੋਵਿੰਸ 'ਚ ਨਹੀਂ ਹੁੰਦਾ। ਦੂਸਰਾ ਜਿਹੜਾ ਹੈਗਾ ਕਿ ਤੁਹਾਡੀ ਜਿਹੜੀ ਫੀਸ ਹੈਗਾ ਉਸ ਦਾ ਕੁਝ ਹਿੱਸਾ ਪੜ੍ਹਾਈ ਕਰਨ ਤੋਂ ਬਾਅਦ, ਜਦੋਂ ਤੁਸੀਂ ਪੜ੍ਹਾਈ ਕਰਨ ਤੋਂ ਬਾਅਦ
ਵਰਕ ਕਰਦੇ ਹੈਗੇ ਹੋ ਉਸ ਦੇ ਵਿੱਚ ਤੁਹਾਨੂੰ ਰਿਫੰਡ ਹੋ ਜਾਂਦਾ ਹੈਗਾ। ਠੀਕ ਹੈ। ਔਰ ਤੀਸਰਾ ਜਿਹੜਾ ਹੈਗਾ ਉੱਥੇ ਪੀਆਰ ਉੱਥੇ ਸੌਖੀ ਹੈਗੀ ਹੈ, ਤੁਹਾਡੀਆਂ ਸੀਟਾਂ ਰਿਜ਼ਰਵ ਹੁੰਦੀਆਂ। ਜੇ ਉਹ ਸਸਕੈਚੁਅਨ ਵਿੱਚ ਪੜ੍ਹਦੇ ਪੀਆਰ ਬੜੀ ਸੌਖੀ ਹੈ। ਜੀ ਸੋ ਕੈਨੇਡਾ ਦੇ ਵਿੱਚ ਅੱਛਾ ਆਨਲਾਈਨ ਸਿਸਟਮ ਸ਼ੁਰੂ ਕੀਤਾ ਸੀ ਵੀ ਤੁਸੀਂ ਆਨਲਾਈਨ ਆਪਣੀਆਂ ਸਟੱਡੀ ਕਰੋ ਜੀ, ਕਲਾਸਿਸ ਲਗਾਓ। ਸਟੂਡੈਂਟਸ ਨੇ ਸਟਾਰਟ ਵੀ ਕੀਤੀਆਂ। ਅੱਛਾ ਕਈਆਂ ਦੇ ਤਾਂ 2-2 ਸਮੈਸਟਰ ਕੰਪਲੀਟ ਹੋ ਗਏ ਨੇ। ਸੋ ਹੁਣ ਸਟੂਡੈਂਟਸ ਦੇ ਵਾਸਤੇ ਕੀ ਐਡਵਾਈਸ ਹੈ, ਨੈਕਸਟ ਉਹਨਾਂ ਵਾਸਤੇ ਕੀ ਪ੍ਰੋਸੈਸ ਰਹੇਗਾ ਜਿਨ੍ਹਾਂ ਨੇ ਆਪਣਾ 1 ਜਾਂ 2 ਸਮੈਸਟਰ ਕੰਪਲੀਟ ਕਰ ਲਏ ਨੇ? ਦੇਖੋ ਕਵਿਤਾ ਜੀ, ਵੈਸੇ ਤਾਂ ਕੈਨੇਡੀਅਨ ਗਵਰਨਮੈਂਟ 50% ਤਾਂ ਪੜ੍ਹਾਈ ਹੋਗੀ ਨਾ ਪੂਰੀ ਇੱਥੇ। ਹਾਂਜੀ, ਜਿਹੜੀ 50% ਸਟੱਡੀ ਪੂਰੀ ਹੋ ਗਈ ਨਹੀਂ, ਲੇਕਿਨ ਹੁਣ ਜਿਹੜਾ ਕੈਨੇਡੀਅਨ ਗਵਰਨਮੈਂਟ ਨੇ ਰੀਸੈਂਟ ਜਿਹੜਾ ਰੂਲ ਹੈਗਾ ਇਸ ਵਕਤ ਅੱਜ ਦੇ ਦਿਨ ਦੀ ਗੱਲ ਹੈਗੀ ਹੈ, ਪਹਿਲਾਂ 50% ਤੱਕ ਅਲਾਉਡ ਸੀਗਾ, ਹੁਣ 100% ਅਲਾਉਡ ਹੈ। ਅੱਛਾ। ਸੋ ਸਾਰੀ ਦੀ ਸਾਰੀ 2 ਸਾਲ ਦਾ ਕੋਰਸ ਹੈ। ਈਵਨ ਤੁਸੀਂ 50% ਦੀ ਗੱਲ ਨਹੀਂ, ਸਾਰੇ ਦਾ ਸਾਰਾ ਵੀ ਅਗਰ ਇੰਡੀਆ ਜਾਂ ਕੈਨੇਡਾ ਤੋਂ ਬਾਹਰ ਜਾਂ ਈਵਨ ਕੈਨੇਡਾ 'ਚ ਬੜੇ ਸਾਰੇ ਬੱਚਿਆਂ ਦੇ ਵੀਜ਼ੇ ਲੱਗੇ, ਕੈਨੇਡਾ 'ਚ ਬੈਠੇ ਨੇ, ਉੱਥੇ ਵੀ ਪੜ੍ਹਾਈ ਤਾਂ ਸਾਰੀ 99% ਸਟੱਡੀਜ਼ ਜਿਹੜੇ ਕੋਰਸਿਸ ਨੇ ਆਨਲਾਈਨ ਹੀ ਹੁੰਦੇ ਪਏ, ਕਿਉਂਕਿ ਕਾਨੂੰਨਾਂ ਤੋਂ ਬਚਣ ਲਈ ਉਹਨਾਂ ਨੇ ਹਾਲੇ ਇਹੀ ਰੱਖਿਆ ਹੈ, ਹਾਲੇ ਫਿਜ਼ੀਕਲ ਕਲਾਸਿਸ ਨਹੀਂ ਸ਼ੁਰੂ ਹੋਈਆਂ। ਸੋ ਉਹ ਜਿਹੜਾ 100% ਜਿਹੜੀ ਸਟੱਡੀ ਪੂਰੀ ਵੀ ਕਰ ਲਈ ਜਾਏਗੀ ਆਨਲਾਈਨ, ਫਿਰ ਵੀ ਵਰਕ ਪਰਮਿਟ ਉਹਨਾਂ ਨੂੰ ਉਸੇ ਤਰੀਕੇ ਨਾਲ ਮਿਲੇਗਾ। 1 ਸਾਲ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ, 2 ਸਾਲ ਤੋਂ ਬਾਅਦ 3 ਸਾਲ ਦਾ, 1 ਸਾਲ ਦੇ 2 ਕੋਰਸ ਕਰ ਲੈਣਗੇ, ਫਿਰ ਵੀ 3 ਸਾਲ ਦਾ ਵਰਕ ਪਰਮਿਟ ਜੀ ਮਿਲੇਗਾ ਹੀ ਮਿਲੇਗਾ ਜੀ। ਸੋ ਸਟੂਡੈਂਟਸ ਦੇ ਵਾਸਤੇ ਜੀ ਸੈਪਟੈਂਬਰ ਇਨਟੇਕ ਹੈਗਾ। ਇੱਕ ਵਾਰੀ ਉਹਦੀ ਫਾਰਮੈਲਿਟੀਜ਼ ਦੱਸ ਦਿਓ ਕਿਉਂਕਿ ਸਮਾਂ ਵੀ ਥੋੜਾ। ਸੋ ਜਾਣ ਤੋਂ ਪਹਿਲਾਂ ਕੋਈ ਟਿਪਸ ਦੇਣਾ ਚਾਹੋ ਸਟੂਡੈਂਟਸ ਨੂੰ, ਉਹ ਵੀ ਜ਼ਰੂਰ ਦੱਸ ਦਿਓ। ਬਿਲਕੁਲ। ਇੱਕ ਤਾਂ ਇਹੀ ਮੈਂ ਕਹਿਣਾ ਸੀਗਾ ਕਿ ਮੈਂ ਰੀਸੈਂਟਲੀ ਮੈਂ ਕੈਨੇਡਾ 'ਚ ਸੀਗਾ, ਉੱਥੇ ਬੜੇ ਸਾਰੇ ਬੱਚੇ ਮਿਲੇ ਕਿ ਜਿਨ੍ਹਾਂ ਨੇ ਆਫਟਰ ਵੀਜ਼ਾ ਚਾਰਜਿਸ ਦੀ ਗੱਲ ਹੋਈ ਕਿ ਜੀ ਵੀਜ਼ਾ ਤੋਂ ਬਾਅਦ ਇੰਨੇ ਪੈਸੇ ਲਵਾਂਗੇ। ਇਹੋ ਜਿਹੇ ਕੰਸਲਟੈਂਟ ਸੀਗੇ, ਪੈਕੇਜ ਵਾਲੇ ਸੀਗੇ ਜੀ, ਇੰਨੇ ਲੱਖ ਦੇਵਾਂਗੇ। ਉਹਨਾਂ ਨੂੰ ਦੱਸਿਆ ਗਿਆ ਸੀ 2 ਸਮੈਸਟਰ ਦੀ ਫੀਸ ਦੇਵਾਂਗੇ, GIC ਪੇ ਕਰਾਂਗੇ। ਕਈਆਂ ਦੀ GIC ਉਹ ਕਹਿੰਦੇ ਜੀ GIC ਨਹੀਂ ਪੇਡ ਸੀਗੀ। ਕਈਆਂ ਨੇ ਕਿਹਾ ਜੀ 2 ਸਮੈਸਟਰ ਦੀ ਫੀਸ ਦੱਸੀ ਗਈ ਸੀਗੀ, 1 ਸਮੈਸਟਰ ਦੀ ਫੀਸ ਪੇਡ ਸੀਗੀ। ਇਹੋ ਜਿਹੇ ਕਾਲਜ 'ਚ ਭੇਜਿਆ ਗਿਆ ਜਿੱਥੇ ਕਿ ਜਾ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ। ਸੋ ਸਿੱਧੀ ਜੀ ਹਮੇਸ਼ਾ ਅਸੀਂ ਗੱਲ ਕਰਦੇ ਹਾਂ ਕਿ cic.gc.ca ਕੈਨੇਡੀਅਨ ਐਮਬੈਸੀ ਦੀ ਵੈਬਸਾਈਟ ਤੇ ਜਾਂ ਤੁਸੀਂ ਗੂਗਲ ਤੇ ਪਾ ਲਓ DLI ਲਿਸਟ ਕੈਨੇਡਾ, ਤੇ ਉਹ ਪੇਜ ਤੇ ਲੈ ਜਾਏਗਾ। ਸਰਚ ਮਾਰੋਗੇ ਤੇ ਉੱਥੇ ਕੈਨੇਡਾ ਐਮਬੈਸੀ ਦਾ ਜਿਹੜਾ ਪੇਜ ਹੈਗਾ, ਜਿੱਥੇ ਕਾਲਜਿਸ ਦੀ ਲਿਸਟ, ਪ੍ਰੋਵਿੰਸ ਦਾ ਨਾਂ ਲਿਖਾਂਗੇ ਜਾਂ ਕਾਲਜ ਦਾ ਨਾਂ ਲਿਖ ਲਾਂਗੇ ਤੇ ਉਹ ਕਾਲਜ ਦਾ ਨਾਂ ਆ ਜਾਏਗਾ, ਜਾਂ ਪ੍ਰੋਵਿੰਸ ਦੇ ਵਿੱਚ ਜਿੰਨੇ ਵੀ ਕਾਲਜਿਸ ਨੇ ਸਾਰੇ ਆ ਜਾਣਗੇ। ਉਸ ਦੇ ਕਾਲਜ ਦੇ ਨਾਂ ਦੇ ਅੱਗੇ ਲਿਖਿਆ ਹੋਏਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਲੀਜੀਬਲ ਹੈ, ਯੈਸ ਕਿ ਨੋ। ਸਾਰਾ ਸਾਫ਼ ਜਿਹਾ ਹੈਗਾ। ਵਿਚਾਰੇ ਭੋਲੇ ਭਾਲੇ ਲੋਕਾਂ ਨੂੰ, ਵਿਚਾਰੇ ਜਿਹੜੇ ਜਿਨ੍ਹਾਂ ਦਾ ਫੀਲਡ ਨਹੀਂ ਹੈਗਾ ਨੈਚੁਰਲ, ਉਹਨਾਂ ਨੂੰ ਤਾਂ ਨੌਲੇਜ ਨਹੀਂ ਹੈਗੀ, ਲੇਕਿਨ ਉਹਨਾਂ ਨੂੰ ਜਿਹੜਾ ਇੱਕ ਕਿਸਮ ਦਾ ਉਹੀ ਉਹਨਾਂ ਨੂੰ ਵਿਫੂਲ ਕਰਕੇ ਜਿਹੜਾ ਇਹੋ ਜਿਹੇ ਕਾਲਜ 'ਚ ਭੇਜ ਦੇਣਾ ਜਿੱਥੇ ਵਰਕ ਪਰਮਿਟ ਨਹੀਂ ਮਿਲਦਾ। ਤੇ ਬੱਚਿਆਂ ਨੇ ਕੀ ਕਰਨ ਜਾਣਾ, ਪਹਿਲਾਂ ਸਟੱਡੀ ਕਰਨਗੇ, ਵਰਕ ਪਰਮਿਟ ਮਿਲੂਗਾ ਫਿਰ ਹੀ PR ਹੋਏਗੀ। ਤੇ ਜੇ ਉੱਥੇ ਵਰਕ ਪਰਮਿਟ ਹੀ ਨਹੀਂ ਮਿਲਣਾ ਤੇ ਉਹ ਸਾਰੀ ਸਟੱਡੀ ਬੇਕਾਰ ਹੈਗੀ ਹੈ। ਸੋ ਉੱਥੇ ਜਾ ਕੇ ਪਤਾ ਲੱਗਦਾ ਕਿ ਇਸ ਕਾਲਜ ਨੂੰ ਵਰਕ ਪਰਮਿਟ ਨਹੀਂ ਮਿਲਣਾ। ਫਿਰ ਸਾਡੇ ਵਰਗਿਆਂ ਨੂੰ ਉੱਥੇ ਸਾਨੂੰ ਬੜੇ ਸਾਰੇ ਕਾਲਜ ਆਉਂਦੀਆਂ ਸੀਗੀਆਂ ਤੇ ਉਹ ਫਿਰ ਨੈਚੁਰਲੀ ਕਾਲਜ ਤਾਂ ਚੇਂਜ ਕਰਨਾ ਹੀ ਪਏਗਾ। ਉਹ ਜਿਹੜੀ ਫੀਸ ਦਿੱਤੀ ਹੈ ਉਹ ਵੀ ਵੇਸਟ ਗਈ। ਸੋ ਬੜੇ ਬੱਚੇ ਵਿਚਾਰੇ ਉਹੀ ਹੈ ਕਿ ਜਿਨ੍ਹਾਂ ਨੇ ਟੂਮਾਂ ਵੇਚੀਆਂ, ਆਪਣੇ ਕੋਈ ਗਹਿਣੇ ਵੇਚੇ, ਪ੍ਰਾਪਰਟੀ ਵੇਚੀ, ਵਿਚਾਰੇ ਔਖੇ ਸੌਖੇ ਹੋ ਕੇ ਉਹੀ 12-15 ਲੱਖ ਰੁਪਈਏ ਦੇ ਕਰੀਬ ਚਾਹੀਦਾ ਹੁੰਦਾ ਜਾਣ ਵਾਸਤੇ। ਉਹ ਇਕੱਠੇ ਕਿਤੇ ਇੱਧਰ ਉੱਧਰੋਂ ਵਿਆਜ ਤੇ ਲੈ ਰਿਸ਼ਤੇਦਾਰਾਂ ਤੋਂ ਫੜੇ ਤੇ ਕਰ ਕਰਾ ਕੇ ਉੱਥੇ ਜਿਹੜੇ ਜਦੋਂ ਪਹੁੰਚੇ ਤੇ ਉੱਥੇ ਪਤਾ ਲੱਗਿਆ ਸਾਰੀਆਂ ਫੀਸਾਂ ਬੇਕਾਰ, ਨਵੇਂ ਸਿਰੋਂ ਕੋਈ ਫੀਸਾਂ ਅਰੇਂਜ ਕਰਨੀਆਂ, ਨਾ ਇੱਧਰ ਦੇ ਨਾ ਉੱਧਰ ਦੇ, ਬੜੀ ਪਰੇਸ਼ਾਨੀ ਵਾਲੀ ਗੱਲ। ਸੋ ਕੰਸਲਟੈਂਟ ਭਰਾਵਾਂ ਨੂੰ ਵੀ ਇਹ ਕਿ ਰੱਬ ਦੇ ਬੰਦੇ ਬਣ ਕੇ ਆਪਾਂ ਭਾਵੇਂ ਥੋੜ੍ਹਾ ਹੋ ਜਾਵੇ ਲੇਕਿਨ ਚੰਗੇ ਰਾਹ ਤੇ ਬੱਚਿਆਂ ਦਾ ਕਰੀਅਰ ਦਾ ਸਵਾਲ ਹੈ। ਔਰ ਦੇਖੋ ਇੱਕ ਖਾਸ ਗੱਲ ਹੈ, ਛੋਟੇ ਬੱਚੇ ਨੇ ਉਹੀ 18 ਸਾਲ 20 ਸਾਲ 25 ਸਾਲ 22 ਸਾਲ ਹਾਲੇ ਨਵਾਂ ਕਰੀਅਰ ਸ਼ੁਰੂ ਕਰਨਾ ਹੈ, ਉਹਨਾਂ ਦੇ ਕਰੀਅਰ ਦਾ ਸਵਾਲ ਹੈ। ਸਾਡੀ ਬੜੀ ਵੱਡੀ ਜ਼ਿੰਮੇਵਾਰੀ ਵੀ ਹੈਗੀ ਹੈ ਔਰ ਬਹੁਤ ਵੱਡਾ ਰੱਬ ਨੇ ਕਿਰਪਾ ਕੀਤੀ ਕਿ ਸਾਨੂੰ ਇਸ ਕਾਬਲ ਬਣਾਇਆ। ਅਸੀਂ ਇਸ ਸੀਟ ਤੇ ਹੈਗੇ ਹਾਂ ਕਿ ਉਹਨਾਂ ਦਾ ਭਾਵੇਂ ਕਰੀਅਰ ਬਣਾ ਦਈਏ ਤੇ ਭਾਵੇਂ ਬਰਬਾਦ ਕਰ ਦਈਏ, ਤੇ ਆਪਾਂ ਬਣਾ ਕੇ ਪੁੰਨ ਦੇ ਭਾਗੀ ਬਣੀਏ, ਪੁੰਨ ਲਈਏ ਤੇ ਨਾਲੇ ਪੁੰਨ ਤੇ ਨਾਲੇ ਫਲੀਆਂ। ਤੇ ਡੈਫੀਨੇਟਲੀ ਪ੍ਰੋਫਿਟ ਨੂੰ ਕੋਈ ਨਹੀਂ ਰੋਕਦਾ। ਹਰ ਬੰਦਾ ਕਹਿੰਦਾ ਤੁਸੀਂ ਆਪਣਾ ਪ੍ਰੋਫਿਟ ਲਓ, ਆਪਣੀ ਇਨਕਮ ਜੈਨੂਅਨ ਜੀ ਲਓ, ਜੈਨੂਅਨ। ਲੇਕਿਨ ਇਹ ਹੈ ਕਿ ਵੀ ਸਾਰੇ ਪੈਸੇ ਖਾ ਜਾਣੇ। 12 ਲੱਖ ਦੀ ਫੀਸ ਆ, 12 ਲੱਖ ਲੈ ਕੇ ਭੱਜ ਗਿਆ ਵਿਚਾਰਾ, ਨਾ ਕੋਈ ਬੱਚੇ ਦਾ ਫਿਊਚਰ ਖਰਾਬ ਹੋ ਗਿਆ। ਸੋ ਉਹ ਬਚ ਕੇ ਰਹਿਣਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ ਜੀ ਇੱਥੇ ਆਉਣ ਵਾਸਤੇ। ਬਹੁਤ ਬਹੁਤ ਧੰਨਵਾਦ ਸਰ। ਇਸੇ ਦੇ ਨਾਲ ਜੀ ਮੈਨੂੰ ਵੀ ਦਿਓ ਇਜਾਜ਼ਤ। ਅਗਲੀ ਵਾਰੀ ਹੁਣ ਫੇਰ ਮੁਲਾਕਾਤ ਕਰਾਂਗੇ ਜੀ। ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਵੇਖਦੇ ਰਹਿਆ ਕਰੋ ਤੇ ਨੰਬਰਾਂ ਤੇ ਕਾਲ ਕਰਕੇ ਜੀ ਆਪਣਾ ਸਵਾਲ ਜ਼ਰੂਰ ਡਿਸਕਸ ਕਰ ਸਕਦੇ।